ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम नाइम ब्रदर्स टीवी मुबारक जी ਤੁਹਾਡੀ ਖਿਦਮਤ 'ਚ ਹਾਜ਼ਰ ਨਾਜ਼ਰੀਨ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ। ਅੱਜ ਚੱਲਾਂਗੇ ਅਮਰੀਕਾ। ਉੱਥੇ ਸਾਡੇ ਨਾਲ ਖਾਲਦਾ ਅਜ਼ਹਰ ਸਾਹਿਬਾ ਨੇ ਔਰ ਇਹਨਾਂ ਦੇ ਮੀਆਂ ਦਾ ਪਿਛਲੇ ਦਿਨ ਇੰਟਰਵਿਊ ਲਿਆ ਸੀ ਤੇ ਅੱਜ ਇਹਨਾਂ ਨੇ ਖੁਆਇਸ਼ ਜ਼ਾਹਰ ਕੀਤੀ ਕਿ ਆਪਣੇ ਵਾਲਿਦ ਸਾਹਿਬ ਦੇ ਮੁਤਲਕ ਕੁਝ ਦੱਸਣਾ ਚਾਹ ਰਹੇ ਨੇ। ਚੱਲਨੇ ਅਮਰੀਕਾ। अस्सलाम वालेकुम। वालेकुम सलाम रहमतुल्लाहि व बरकातहू। जी बहुत शुक्रिया ਤੁਸੀਂ ਨਾਈਮ ਬ੍ਰਦਰਸ ਟੀਵੀ ਨੂੰ ਟਾਈਮ ਦਿੱਤਾ आपका भी। ਤੇ ਮੈਂ ਕਿਹਾ ਅਸੀਂ ਕੁਝ ਦੱਸਣਾ ਚਾਹ ਰਹੇ ਜੇ ਵਾਲਿਦ ਸਾਹਿਬ ਕਿਸ ਤਰ੍ਹਾਂ ਅਹਿਮਦੀ ਹੋਏ। हाँ जी, मेरे अबू हरिपुर दे सन ते ਉਹਨਾਂ ਦੀ ਸ਼ਾਦੀ ਹੋਈ ਤੇ ਲਾਹੌਰ ਆਏ ਸਨ ਆਪਣੇ ਭਾਈ ਨੂੰ ਮਿਲਣ। ਉਹ ਰੇਲਵੇ 'ਚ ਕੰਮ ਕਰਦੇ ਸਨ ਜੀ ਜੀ ਤੇ ਨਾਲ ਹੀ ਮੇਰੇ ਸਸੁਰਾਲ ਵਾਲਿਆਂ ਦਾ ਘਰ ਸੀ ਤੇ ਉੱਥੋਂ ਉਹਨਾਂ ਨੇ ਅਲ-ਫਜ਼ਲ ਹੀ ਪੜ੍ਹਿਆ। ਉਹਨਾਂ ਨੂੰ ਕਿਸੇ ਨੇ ਤਬਲੀਗ ਨਹੀਂ ਕੀਤੀ ਤੇ ਅਹਿਮਦੀ ਹੋ ਗਏ ਸਨ। ਅੱਛਾ ਮਾਸ਼ਾਅੱਲਾ। ਤੇ ਪਹਿਲੇ ਜਿਹੜੇ ਫਿਰਕੇ ਨਾਲ ਤਲਕ ਰੱਖਦੇ ਸੀ। ਪਹਿਲੇ ਉਹ ਸੁੰਨੀ ਸਨ ਤੇ ਦੂਸਰਾ ਕੀ ਨਾਲੇ ਉਹਨਾਂ ਨੇ ਸ਼ੀਆਂ ਦੇ ਵਿੱਚੋਂ ਵੀ ਜਾ ਕੇ ਰਿਸਰਚ ਕੀਤੀ ਕਿ ਮੈਨੂੰ ਕੋਈ ਖੁਦਾ ਦੇ ਕਰੀਬ ਹੋਣ ਵਾਲਾ ਕੋਈ ਮਜ਼ਹਬ ਮਿਲ ਜਾਏ। ਅੱਛਾ ਲੇਕਿਨ ਅਸਲ 'ਚ ਮੇਰੀ ਨਾ ਦਾਦਾ ਅੱਬੂ ਦੀਆਂ ਨਾ 3 ਬੀਵੀਆਂ ਸਨ। ਇੱਕ ਤੇ ਔਲਾਦ ਕੋਈ ਨਹੀਂ ਸੀ ਤੇ ਮੇਰੇ ਅੱਬੂ ਤੇ ਨਾ 6 ਭਾਈ ਛੋਟੀ ਉਮਰ 'ਚ ਫੌਤ ਹੋ ਜਾਂਦੇ ਰਹੇ ਨੇ। ਅੱਛਾ ਤੇ ਮੇਰੀ ਦਾਦੀ ਨੇ ਕਦੀ ਨਹੀਂ ਸੀ ਕਿਸੇ ਅੱਗੇ ਮਤਲਬ ਕਿ ਆਂਸੂ ਬਹਾਇਆ, ਲੇਕਿਨ ਤਹਜਦ ਖੁਦਾ ਕੇ ਦੁਆ ਕਰਦੇ ਹੁੰਦੇ ਸਨ ਕਿ ਐ ਅੱਲਾ ਮੈਨੂੰ ਐਸਾ ਬੇਟਾ ਦੇ ਜ਼ਿੰਦਗੀ ਵਾਲਾ ਹੋਏ, ਪਤਲਾ ਹੋਏ, ਨੇਕ ਹੋਏ। ਤੇ ਉਹਨਾਂ ਦੀ ਦੁਆ ਖੁਦਾ ਨੇ ਕਬੂਲ ਕੀਤੀ। ਉਹ ਕਹਿੰਦੇ ਸੀ ਕਿ ਚੱਲਦਾ ਮੈਂ ਦੇਖ ਲਵਾਂ ਤੇ ਮੈਂ ਉੱਥੇ ਭਾਵੇਂ ਮਰ ਜਾਵਾਂ। ਬਿਲਕੁਲ ਐਸੇ ਤਰ੍ਹਾਂ ਹੀ ਹੋਇਆ। ਮੇਰੇ ਅੱਬੂ ਜ਼ਾਹਰ ਹੈ ਬੱਚਾ ਸਾਲ ਦਾ ਤੁਰਨ ਲੱਗ ਪੈਂਦਾ ਤੇ ਉਹ ਜਦੋਂ ਉਹਨਾਂ ਨੇ ਐਸਾ ਹਾਲ ਦੇਖਿਆ ਤੇ ਉਹ ਪੀੜੀ ਤੇ ਬੈਠੇ ਫੌਤ ਹੋ ਗਏ। ਤੇ ਫਿਰ ਇਹਨਾਂ ਨੇ ਦੁੱਧ ਵੀ ਮੇਰੇ ਅੱਬੂ ਨੇ ਕਿਸੇ ਹੋਰ ਔਰਤ ਦਾ ਪੀਤਾ ਸੀ ਤੇ ਫਿਰ ਉਹ ਹੀ ਦੁਆ ਹੈ ਜਿਹਦੀ ਵਜ੍ਹਾ ਤੋਂ ਫਿਰ ਅੱਬੂ ਨੇ, ਹਾਲਾਂਕਿ ਬਹੁਤ ਵੱਡਾ ਖਾਨਦਾਨ ਹੈ, ਅੱਬੂ ਨੇ ਤਬਲੀਗ ਵੀ ਬੜੀ ਕੀਤੀ ਹੈ ਲੇਕਿਨ ਕਿਸੇ ਦੇ ਨਸੀਬ ਨਹੀਂ ਹੋਈ ਹੈ। ਕੋਈ ਅਹਿਮਦੀ ਨਹੀਂ ਹੋਇਆ ਹੋਰ? ਹਾਂਜੀ ਮੈਂ ਕੋਈ ਹੋਰ ਅਹਿਮਦੀ ਨਹੀਂ ਹੋਇਆ ਫੈਮਿਲੀ ਚੋਂ? ਨਹੀਂ ਉਹਦੇ ਅਸੀਂ ਜਾਈਦਾ ਹੈ। ਮੈਂ ਵੀ ਅਮਰੀਕਾ ਆਉਣ ਤੋਂ ਪਹਿਲੇ ਵੀ ਮਿਲ ਕੇ ਆਈ ਹਾਂ। ਮੈਂ ਵੀ ਤਬਲੀਗ ਕਰਨ ਦਾ ਮੈਨੂੰ ਵੀ ਬੜਾ ਸ਼ੌਕ ਹੈ, ਮੈਂ ਵੀ ਬੜੀ ਕੀਤੀ ਹੈ ਤੇ ਲੇਕਿਨ ਕੋਈ ਨਹੀਂ, ਉਹਨਾਂ ਨੂੰ ਦੁਨੀਆ ਦਾ ਹੁੰਦੇ ਨੇ ਲੇਕਿਨ ਸਾਡੇ ਨਾਲ ਚਾਹਤ ਬਹੁਤ ਕਰਦੇ ਨੇ ਹੁਣ। ਤੇ ਅੱਬੂ ਨੇ ਸਿਰਫ ਅਲ-ਫਜ਼ਲ ਪੜ੍ਹੀ ਤੇ ਅਹਿਮਦੀ ਹੋ ਗਏ? ਹਾਂਜੀ ਸਿਰਫ ਅਲ-ਫਜ਼ਲ ਪੜ੍ਹੀ ਸੀ। ਅੱਛਾ ਉਹਦੇ ਵਿੱਚ ਪਹਿਲੀ ਦਫਾ ਉਹਨਾਂ ਨੂੰ ਕੁਝ ਐਸਾ ਅੱਲਾ ਮੀਆਂ ਨੇ ਦਿਖਾ ਦਿੱਤਾ ਤਾਂ ਕਿ ਉਹਨਾਂ ਨੇ ਬੈਠ ਇਹਨਾਂ ਕਰ ਦੀ ਫਜ਼ਲ ਲੱਗੀ ਹੋਈ ਸੀ ਨਾ ਮੇਰੇ ਸਸੁਰਾਲ ਵਾਲਿਆਂ ਦੇ ਘਰ, ਪਰ ਉਹ ਪੜ੍ਹਦੇ ਰਹੇ ਨੇ ਤੇ ਨਹੀਂ ਤੇ ਸਸੁਰਾਲ ਵਾਲੇ ਅਹਿਮਦੀ ਸੀ? ਲਾਹੌਰ ਸਸੁਰਾਲ ਵਾਲੇ ਅਹਿਮਦੀ ਸੀ? ਨਹੀਂ ਮੇਰੇ ਸਸੁਰਾਲ ਵਾਲੇ ਅਜ਼ਹਰ ਦੇ ਅੱਬੂ। ਹਾਂਜੀ ਉਹ ਅਹਿਮਦੀ ਸੀ? ਹਾਂਜੀ ਉਹ ਅਹਿਮਦੀ ਸਨ। ਅੱਛਾ ਤੇ ਫਿਰ ਰੇਲਵੇ ਦੇ ਵਿੱਚ ਤਾਂ ਮੇਰੇ ਤਾਏ ਦੇ ਹਮ ਹੈ ਸਨ ਨਾ, ਹਮਸਾਏ ਸਨ ਨਾ। ਅੱਛਾ ਨਹੀਂ ਮੈਨੂੰ ਹੁਣ ਸਮਝ ਇਹ ਨਹੀਂ ਆਈ ਕਿ ਤੁਹਾਡੇ ਵਾਲਿਦ ਸਾਹਿਬ ਨੇ ਅਲ-ਫਜ਼ਲ ਪੜ੍ਹ ਕੇ ਤੇ ਬੈਤ ਕੀਤੀ ਤੇ ਇਹਨਾਂ ਦੇ ਵਾਲਿਦ ਸਾਹਿਬ ਦੇ ਘਰ ਅਲ-ਫਜ਼ਲ ਅਖਬਾਰ ਆਂਦੀ ਸੀ, ਇੰਜੀ ਹੈ ਨਾ? ਹਾਂਜੀ ਹਾਂ ਬਿਲਕੁਲ ਐਸੇ ਤਰ੍ਹਾਂ ਹੀ। ਅੱਛਾ ਕਿਸੇ ਨੇ ਉਹਨਾਂ ਨੂੰ ਤਬਲੀਗ ਨਹੀਂ ਕੀਤੀ? ਹਾਂਜੀ ਨਹੀਂ ਉਹਨਾਂ ਨੂੰ ਤਬਲੀਗ ਦੀ ਜ਼ਰੂਰਤ ਨਹੀਂ ਪਈ। ਦੂਸਰਾ ਫਿਰ ਉਹ ਮੇਰੇ ਅੱਬੂ ਦੀ ਬੀਵੀ ਉਧਰ ਦੀ ਸੀ ਤੇ ਜਦੋਂ ਉਹਨਾਂ ਨੂੰ ਪਤਾ ਲੱਗਾ ਤੇ ਉਹਨਾਂ ਨੇ ਕਿਹਾ ਕਿ ਅਸੀਂ ਨਹੀਂ ਹੁਣ ਤੇਰੇ ਨਾਲ ਇਹਨੂੰ ਜਾਣ ਦੇਣਾ, ਮਤਲਬ ਕਿ ਇਹਦੇ ਨਾਲ ਇਹ ਤੇ ਹੁਣ ਕਾਫਰ ਹੋ ਗਿਆ ਹੈ ਤੇ ਅਸੀਂ ਇਹਦੇ ਕੋਲ ਤਲਾਕ ਲੈ ਕੇ ਤੇਰੇ ਉਹ ਫਲਾਣੇ ਹੋਰ ਜਗ੍ਹਾ ਤੇ ਰਿਸ਼ਤਾ ਕਰ ਦਾਂਗੇ ਨਾ। ਫਿਰ ਲੇਕਿਨ ਉਹ ਅੱਲਾ ਦੀ ਬੰਦੀ ਉਹ ਨਹੀਂ, ਮੇਰੇ ਉਹਨੇ ਸਾਰੇ ਰਿਸ਼ਤੇਦਾਰ ਛੱਡ ਦਿੱਤੇ ਤੇ ਲੇਕਿਨ ਮੇਰੇ ਅੱਬੂ ਨਾਲ ਆ ਗਈ। ਕਹਿੰਦੇ ਇਹੋ ਜਿਹਾ ਬੰਦਾ ਮੈਂ ਨਹੀਂ ਕਦੀ ਦੇਖਿਆ। ਉਹਨੇ ਮੈਨੂੰ ਨਮਾਜ਼ ਸਿਖਾਈ, ਉਹਨੇ ਮੈਨੂੰ ਕੁਰਾਨ ਪੜ੍ਹਾਇਆ ਤੇ ਮੁਸਲਮਾਨ ਤੇ ਤੁਸੀਂ ਸੀ, ਫਿਰ ਤੁਸੀਂ ਮੈਨੂੰ ਪੜ੍ਹਾ ਕੇ ਭੇਜਣਾ ਸੀ ਨਾ। ਜੀ ਤੇ ਫਿਰ ਵਾਲਦਾ ਜਿਹੜੀ ਉਹ ਤੁਹਾਡੇ ਅੱਬੂ ਦੇ ਕੋਲ ਹੀ ਆ ਗਈ? ਹਾਂਜੀ ਹਾਂਜੀ ਆ ਗਏ ਉਹ, ਲੇਕਿਨ ਉਹ 2 ਸਾਲ ਬਾਅਦ ਬਿਮਾਰ ਹੋ ਕੇ ਫੌਤ ਹੋ ਗਏ ਸਨ। ਬੇਟਾ ਹੋਇਆ ਸੀ ਤੇ ਨਹੀਂ ਤੇ ਉਹ ਮੇਰੇ ਦਾਦਕੇ ਵਾਲਦਾ ਵੀ ਅਹਿਮਦੀ ਹੋਈ? ਨਹੀਂ ਹਜੇ ਮੌਕਾ ਹੀ ਨਹੀਂ ਮਿਲਿਆ ਵਿਚਾਰੀ ਨੂੰ। ਅੱਛਾ ਵਾਲਦਾ ਅਹਿਮਦੀ ਨਹੀਂ ਹੋ ਸਕੀ? ਹਾਂਜੀ ਤੇ ਉਹ ਫਿਰ ਅੱਬੂ ਮਤਲਬ ਕਿ ਸ਼ਾਦੀ ਨਹੀਂ ਸੀ ਦੂਸਰੀ ਕਰਦੇ, ਜਮਾਤ ਮੂਲਪੁਰੇ ਦੇ ਵੀ ਹਲਕੇ 'ਚ ਸਨ ਅੱਬੂ। ਉਹ ਫਿਰ ਕਹਿੰਦੇ ਸੀ ਕਿ ਖੁਦਾ ਦੇ ਘਰੋਂ ਨਾ ਉਮੀਦ ਨਹੀਂ ਹੋਈ ਦਾ 3 ਸਾਲ ਹੋ ਗਏ ਤੁਸੀਂ ਇਕੱਲੇ ਕਿ ਕਿਸ ਤਰ੍ਹਾਂ ਸਾਰੀ ਜ਼ਿੰਦਗੀ ਗੁਜ਼ਾਰੋਗੇ। ਕਹਿੰਦੇ ਨਹੀਂ ਮੇਰੀ ਬੀਵੀ ਨੇ ਮੇਰੇ ਨਾਲ ਵਫਾ ਕੀਤੀ ਸੀ, ਇਸ ਵਾਸਤੇ ਮੈਂ ਨਹੀਂ ਦੂਸਰੀ ਸ਼ਾਦੀ ਕਰਨੀ ਨਾ। ਤੇ ਫਿਰ ਉਹਨਾਂ ਨੇ ਜਮਾਤ ਵਾਲੇ ਨੇ ਸਮਝਾਇਆ ਤੇ ਨਹੀਂ ਖੁਦਾ ਦੇ ਘਰੋਂ ਮਾਯੂਸ ਨਹੀਂ ਹੋਈਦਾ ਨਾ, ਤੁਸੀਂ ਕਰੋ। ਫਿਰ ਮੇਰੀ ਅੰਮੀ ਨਾਲ ਸ਼ਾਦੀ ਹੋਈ ਸੀ। ਅੱਛਾ ਦੂਸਰੀ ਸ਼ਾਦੀ ਫਿਰ ਜਿਹੜੀ ਤੁਹਾਡੇ ਵਾਲਦਾ ਨੇ ਉਹਨਾਂ ਪੰਜਾਬ ਦੀ, ਮੇਰੀ ਅੰਮੀ ਪੰਜਾਬ ਦੇ ਨੇ ਤੇ ਅੱਬੂ ਮੇਰੇ ਹਰੀਪੁਰ ਦੇ ਨੇ। ਅੱਛਾ ਲੇਕਿਨ ਦੂਸਰੀ ਸ਼ਾਦੀ ਫਿਰ ਉਹਨਾਂ ਦੀ ਅਹਿਮਦੀਆਂ ਦੇ ਘਰ ਹੀ ਹੋਈ? ਹਾਂਜੀ ਉਹ ਫਿਰ ਪਹਿਲੇ ਸਸੁਰਾਲ ਵਾਲੇ ਵਿਆਹ ਕੇ ਲਿਆਏ ਸੀ। ਜ਼ਾਹਰ ਹੈ ਮੇਰੇ ਦਾਦਕੇ ਤੇ ਅੱਬੂ ਨਾਲ ਨਹੀਂ ਸੀ ਨਾ ਬੋਲਦੇ। ਜੀ
ਤੇ ਹੁਣ ਤੁਸੀਂ ਜਾਂਦੇ ਜੇ ਪਾਕਿਸਤਾਨ ਤੇ ਦਾਦਕੇ ਤੁਹਾਡੇ ਕੋਈ ਤਲਕ ਨਹੀਂ? ਹਾਂਜੀ, ਉਹ ਬੜੀ ਇੱਜ਼ਤ ਕਰਦੇ ਨੇ, ਬਲਕਿ ਜਿਹੜੀ ਪਹਿਲੇ ਬੀਵੀ ਦੇ ਭਾਈ ਨੇ ਉਹ 100 ਸਾਲ ਦੇ ਨੇ, ਤੇ ਲੇਕਿਨ ਸਿਹਤ ਦੇ ਲਿਹਾਜ਼ ਨਾਲ ਬਿਲਕੁਲ ਐਸੇ ਤਰ੍ਹਾਂ ਨੇ ਜਿਸ ਤਰ੍ਹਾਂ 60 ਸਾਲ ਦੇ ਨੇ। ਤੇ ਉਹਨਾਂ ਦੇ ਨਵਾਸੇ ਦੀ ਸ਼ਾਦੀ ਸੀ ਉੱਥੇ ਹੈ 2011 ਦੇ ਵਿੱਚ। ਜੀ ਉਹਨਾਂ ਜੀ। ਨੇ ਸਾਨੂੰ ਸਾਰੇ ਭੈਣ ਭਰਾਵਾਂ ਨੂੰ ਕਾਰਡ ਘੱਲੇ ਸ਼ਾਦੀ ਦੇ, ਨਵਾਸੇ ਦੀ ਸ਼ਾਦੀ ਦੇ। ਉਹਨਾਂ ਨੂੰ ਤੇ ਪਤਾ ਅਸੀਂ ਫਿਰ ਤੁਸੀਂ, ਸਿਰਫ ਇਸ ਵਾਸਤੇ ਗਏ ਆ ਉਹਨਾਂ ਨੂੰ ਕਿ ਪਤਾ ਸੀ ਤੁਸੀਂ ਅਹਿਮਦੀ ਜੇ? ਹਾਂ ਹਾਂ, ਲੇਕਿਨ ਹੁਣ ਤੇ ਬੜੀ ਇੱਜ਼ਤ ਕਰਦੇ ਸੀ, ਜਾਈਦਾ ਸੀ ਪਿੰਡ। ਤੇ ਉਂਝ ਪਿੰਡ 'ਚ ਮੁਖਾਲਫਤ ਵਗੈਰਾ ਕੋਈ ਨਹੀਂ ਹੈਗੀ? ਨਹੀਂ ਨਹੀਂ, ਉਹਦੇ ਵਿੱਚ ਕੋਈ ਕਹਿੰਦੇ ਸਨ, ਕਿਉਂਕਿ ਅਸੀਂ ਫਿਰ ਮੇਰਾ ਖਿਆਲ 35-40 ਭੈਣ ਭਰਾ ਤੇ ਭਾਂਜੀਆਂ ਭਤੀਜੇ ਅਸੀਂ ਫਿਰ ਉਹਨਾਂ ਦੀ ਸ਼ਾਦੀ ਤੇ ਗਏ ਸਾਂ। ਸਿਰਫ ਇਸ ਵਾਸਤੇ ਗਏ ਸਾਂ ਕਿ ਜਦੋਂ ਉਹਨਾਂ ਦੀ ਪਹਿਲੀ ਬੀਵੀ ਫੌਤ ਹੋਈ ਸੀ ਨਾ, ਤੇ ਉਹ ਕਹਿੰਦੇ ਸਨ ਕਿ ਇਹ ਹੁਣ ਅੰਤਰ ਨਖੱਤਰ ਮਰ ਜਾਏਗਾ, ਇਹਨੂੰ ਕੋਈ ਰੋਣ ਵਾਲਾ ਨਹੀਂ ਹੋਣਾ। ਅੱਛਾ। ਤੇ ਉਹ ਫਿਰ ਅਸੀਂ ਸਿਰਫ ਕਿ ਨਿਸ਼ਾਨ ਦਿਖਾਉਣ ਵਾਸਤੇ ਅਸੀਂ ਸਾਰੇ ਗਏ ਸੀ। ਉਹ ਨਾ ਸ਼ਾਦੀਆਂ ਬਹੁਤ ਵੱਡੀਆਂ ਕਰਦੇ ਨੇ, ਠੀਕ, ਤੁਸੀਂ ਸਾਰੀ ਉਹਨਾਂ ਵਾਸਤੇ ਫੈਮਿਲੀ ਗਈ? 40-50 ਬੰਦੇ ਬਾਹਰੋਂ ਹੋਰ ਵੀ ਆ ਜਾਣ, ਕੋਈ ਨਹੀਂ ਮਸਲਾ। ਦੇਖਿਓ ਤੁਸੀਂ ਉਹਨਾਂ ਨੂੰ ਦੱਸਿਆ ਕਿ ਮਤਲਬ ਅਸੀਂ ਹੈਗੇ ਹਾਂ ਉਹਨਾਂ ਦੇ ਵਾਰਿਸ? ਹਾਂ ਹਾਂ, ਉਹਨਾਂ ਨੇ ਫਿਰ ਉਹ ਜਿਹੜੇ ਅਸੀਂ ਉਹਨਾਂ ਨੂੰ ਮਾਮੂ ਹੀ ਕਹੀਦਾ, ਜਿਹੜੇ ਉਹਨਾਂ ਦੀ ਪਹਿਲੀ ਬੀਬੀ ਦੇ ਭਾਈ ਨੇ, ਤੇ ਬੜਾ ਉਹ ਕਰਦੇ ਰਹੇ ਨੇ। ਬਾਕੀਆਂ ਨੂੰ ਤੇ ਡੱਬਿਆਂ ਦੀ ਦੁੱਧ ਦੀ ਚਾਹ ਪਿਆਉਂਦੇ ਸਨ, ਸਾਨੂੰ ਆਪਣੀਆਂ ਮੱਝਾਂ ਦੇ ਦੁੱਧ ਦੀ ਚਾਹ ਪਿਆਉਂਦੇ ਸਨ। ਚਲੋ ਉਹਦੇ ਨਾਲ ਤੁਹਾਡੀ ਸਿਹਤ ਵੀ ਬਿਹਤਰ ਹੋ ਗਈ ਹੋਣੀ ਹੈ। ਸਿਹਤ ਅੱਲਾ ਦਾ ਫਜ਼ਲ ਹੀ ਹੈ। ਉਹ ਫਿਰ ਉਹਨਾਂ ਨੇ ਸਾਨੂੰ ਇੱਕ ਲੇਡੀਜ਼ ਜਿਹੜੀਆਂ ਸਨ ਉਹਨਾਂ ਨੂੰ ਇੱਕ ਵੱਡਾ ਹਾਲ ਦਿੱਤਾ ਸੀ, ਉੱਥੇ ਉਹ ਰਾਜ ਰੰਗੀਨ ਮੰਜੀਆਂ ਦੇ ਪਾਵੇ ਤੇ ਐਸੇ ਮਹਿਮਾਨਾਂ ਵਾਸਤੇ ਖਾਸ ਬਣਾਏ ਹੁੰਦੇ ਨੇ ਉਹਨਾਂ ਨੇ। ਬਰਤਨ ਸ਼ਰਤਨ ਅਲੱਗਾ ਨਹੀਂ ਕੀਤੇ ਤੁਹਾਡੇ ਕਿ ਅਹਿਮਦੀ ਆ ਗਏ ਨੇ? ਜੀ, ਮੈਂ ਤੁਹਾਡੇ ਬਰਤਨ ਅਲੱਗਾ ਨਹੀਂ ਕੀਤੇ ਉਹਨਾਂ ਨੇ ਕਿ ਸ਼ਾਦੀ? ਨਾ ਨਾ, ਕਿਸੇ ਕਿਸਮ ਦੇ ਨਹੀਂ, ਬਲਕਿ ਜਾਓ ਤੇ ਉਹ ਬਹੁਤ ਇਹਤਰਾਮ ਕਰਦੇ ਨੇ। ਕਹਿੰਦੇ ਨੇ ਤੁਸੀਂ ਇੱਥੇ ਹੀ ਰਹੋ। ਅਸੀਂ ਕਹਿੰਦੇ ਕਿ ਅਸੀਂ ਨਹੀਂ ਇੱਥੇ ਰਹਿ ਸਕਦੇ ਆਪਣੀ ਜਮਾਤ ਕੋਲੋਂ ਦੂਰ। ਹਾਂ, ਲੇਕਿਨ ਮੇਰੇ ਉਹੀ ਅੱਬੂ ਦੀ ਅਸੀਂ ਜ਼ਮੀਨ ਸੀ, ਉਹ ਫਿਰ 77 ਵਿੱਚ ਵੇਚੀ ਸੀ ਉਹਨਾਂ ਨੇ, ਮਤਲਬ ਕਿ ਕੋਈ ਹਿੱਸਾ ਉਸਾ ਸਭ ਕੁਝ ਹੀ ਦੇ ਦਿੱਤਾ ਸੀ। ਅੱਛਾ, ਪਹਿਲੇ ਮਾਸ਼ਾਅੱਲਾ। ਤੇ ਮੇਰੇ ਕਜ਼ਨ ਹੀ ਜਾਂ ਮੇਰੀ ਫੁੱਫੋ ਹੀ ਇਸਤੇਮਾਲ ਕਰਦੇ ਰਹੇ ਨੇ, ਜੋ ਫਸਲਾਂ ਹੁੰਦੀਆਂ ਸਨ ਉਹ ਇਸਤੇਮਾਲ ਕਰਦੇ ਸਨ। ਅੱਛਾ, ਚਲੋ ਇਹ ਤੇ ਬੜੀ ਅੱਛੀ ਗੱਲ ਹੈ ਕਿ ਉਹਨਾਂ ਨੇ ਤੁਹਾਡੇ ਜੋ ਵੀ ਹਿੱਸਾ ਦੇ ਦਿੱਤਾ, ਕਿਉਂਕਿ ਮੈਂ ਕਾਫੀ ਪ੍ਰੋਗਰਾਮ ਕੀਤੇ ਨੇ, ਉਹਦੇ ਵਿੱਚ ਇਹੀ ਦੱਸਿਆ ਕਿ ਸਾਡੇ ਜਾਇਦਾਦ ਨਹੀਂ ਦਿੱਤੀ ਗਈ, ਅਹਿਮਦੀ ਹੋਣ ਦੀ ਵਜ੍ਹਾ ਤੋਂ ਕਬਜ਼ਾ ਕਰ ਲਿਆ ਔਰ ਉਹਨਾਂ ਨੇ ਦਿੱਤਾ ਹੀ ਨਹੀਂ। ਲੇਕਿਨ ਨਹੀਂ, ਤੁਹਾਡੇ ਕੋਈ ਉਹਨਾਂ ਨੇ ਰਿਸ਼ਤੇਦਾਰ ਸਭ ਬੜੇ ਕੁਝ ਅੱਛੇ ਬਹੁਤ ਹੀ ਨੇ, ਮੁਹੱਬਤ ਕਰਨ ਵਾਲੇ ਲੋਕ ਨੇ। ਮਾਸ਼ਾਅੱਲਾ। ਦੇਖੋ ਨਾ, ਹੁਣ ਅਗਰ ਕੋਈ ਇਨਸਾਨ ਅੱਛਾ ਹੈ ਤਾਂ ਤੁਸੀਂ ਆਈਏ ਅਮਰੀਕਾ ਬੈਠ ਕੇ ਵੀ ਉਹਨਾਂ ਦੀ ਤਾਰੀਫ ਕਰ ਰਹੇ ਜੇ ਨਾ। ਹਾਂਜੀ ਜੀ, ਹਾਂ, ਉਹਨਾਂ ਨਾਲ ਮੇਰਾ ਰਾਬਤਾ ਹੁੰਦਾ, ਉਹਨਾਂ ਦੇ ਬੱਚਿਆਂ ਦੀਆਂ ਸ਼ਾਦੀਆਂ ਹੋ ਗਈਆਂ, ਮੈਂ ਇੱਥੋਂ ਉਹਨਾਂ ਨੂੰ ਫੋਨ ਕਰਨੀ ਆ। ਇੱਕ ਮੇਰੀ ਫੁੱਫੋ ਦੀ ਨਵਾਸੀ ਹੈ, ਉਹ ਜਦੋਂ ਅੱਲਾ ਦਾ ਨਾਮ ਲੈਂਦੀ ਹੈ ਸੀਨੇ 'ਚ ਠੰਡ ਪੈ ਜਾਂਦੀ, ਅੱਲਾ ਜੀ ਕਰਕੇ ਗੱਲ ਕਰਦੀ। ਮਾਸ਼ਾਅੱਲਾ। ਇਹ ਚਲੋ ਇਹ ਪ੍ਰੋਗਰਾਮ ਜਿਹੜਾ ਸਾਡਾ ਉਹਨਾਂ ਨੂੰ ਵੀ ਭੇਜਣਾ ਤਾਂ ਕਿ ਉਹਨਾਂ ਨੂੰ ਪਤਾ ਚੱਲੇ ਕਿ ਤੁਸੀਂ ਉਹਨਾਂ ਦੀ ਕਿੰਨੀ ਤਾਰੀਫ ਕਰ ਰਹੇ ਜੀ। ਹਾਂਜੀ, ਹਾਂਜੀ, ਇਨਸ਼ਾਅੱਲਾ। ਤੇ ਦੂਸਰਾ 74 ਦੇ ਵਿੱਚ ਵੀ ਸਾਡੇ ਅੱਬੂ ਮਤਲਬ ਕਿ ਤਬਲੀਗ ਸੋਹਵਾੜੀ ਰਾਮਗੜ੍ਹ ਦੇ ਨਾਲ ਹੀ ਹੈ ਵੇ, ਜੀ ਜੀ ਉੱਥੇ ਸੀ ਮੇਰੇ ਸ਼ਾਲੀਮਾਰ ਲਿੰਕ ਰੋਡ ਤੇ ਰਹਿੰਦੇ ਨਾ। ਜੀ ਜੀ ਪਹਿਲੇ ਤੇ ਕੁਆਟਨਾ 'ਚ ਸੀ, ਤੇ ਸਾਲ ਕੁ ਸ਼ਾਦੀ ਤੋਂ ਸਾਲ ਕੁ ਬਾਅਦ ਮੇਰੀ ਨਾਨੀ, ਸਾਡਾ ਮਾਮੂ ਕੋਈ ਨਹੀਂ ਸੀ ਨਾ, ਤੇ ਉਹ ਆਪਣੇ ਘਰ ਲੈ ਆਏ ਸੀ। ਜੀ ਜੀ। ਤੇ ਜਿਹੜੇ ਮੇਰੇ ਅੰਮੀ ਦੇ ਨਾਨਾ ਸਨ ਉਹ ਪਿੰਡ ਦੇ ਹੈਗੇ ਸਨ, ਮਤਲਬ ਕਿ ਆਲਮ ਸਨ, ਜਿਸ ਤਰ੍ਹਾਂ ਮੌਲਵੀ ਸਨ, ਤੇ ਉਹਨਾਂ ਦੀ ਕਬਰ ਵੀ ਵੱਡੇ ਮੀਆਂ ਦਰਜ ਕੀਤਾ ਖਾਸ ਵਿੱਚ, ਤੇ ਇਸ ਵਾਸਤੇ ਪਿੰਡ ਦੇ ਵਿੱਚ ਉਹਨਾਂ ਦੀ ਬਹੁਤ ਹੀ ਇੱਜ਼ਤ ਸੀ ਨਾ। ਜੀ ਜੀ। ਤੇ ਉਹ ਅਹਿਮਦੀਆਂ ਦੀ ਵੀ ਸਾਡੀ ਵੀ ਬਹੁਤ ਇੱਜ਼ਤ ਕਰਦੇ ਸੀ। 53 'ਚ ਵੀ ਕੋਈ ਮਸਲਾ ਨਹੀਂ ਸੀ ਹੋਣ ਦਿੱਤਾ, ਤੇ 74 ਵਿੱਚ ਵੀ ਨਹੀਂ ਸੀ ਹੋਣ ਦਿੱਤਾ। ਚਲੋ ਤੁਸੀਂ ਤੇ ਫਿਰ ਬੜੇ ਖੁਸ਼ਕਿਸਮਤ ਜੇ ਕਿ ਅੱਲਾਹ ਤਾਲਾ ਦਾ ਖਾਸ ਫਜ਼ਲ ਰਿਹਾ ਤੁਹਾਡੇ ਤੇ। 74 ਦੇ ਉਹ ਜਦੋਂ ਹੈ ਸੀ ਨਾ ਮਸਲਾ, ਤੇ ਉਹ ਪਿੰਡ ਵਿੱਚ ਪਿਛਲੇ ਪਾਸਿਓਂ ਵੀ ਜਿਹੜੇ ਦੂਰ ਦੂਰ ਘਰ ਸਨ ਉੱਥੋਂ ਵੀ ਸਾਨੂੰ ਕੁਰਬਾਨੀ ਦਾ ਗੋਸ਼ਤ ਆਇਆ। ਕਹਿੰਦੇ ਕਿਸੇ ਨੇ ਇਹਨਾਂ ਨੂੰ ਬਾਈਕਾਟ ਨਾ ਕੀਤਾ ਹੋਵੇ ਕਿਤੇ। ਅੱਛਾ, ਦੇਖੋ ਨਾ, ਅੱਜ ਤੁਸੀਂ ਇਹ ਪ੍ਰੋਗਰਾਮ ਕਰ ਰਹੇ ਜੇ ਸਾਡੇ ਨਾਲ, ਔਰ ਸਾਨੂੰ ਖੁਸ਼ੀ ਇਹ ਹੋ ਰਹੀ ਹੈ ਕਿ ਤੁਸੀਂ ਉਹਨਾਂ ਲੋਕਾਂ ਦੀ ਤਾਰੀਫ ਕਰ ਰਹੇ ਜੇ, ਔਰ ਉੱਥੇ ਜਿਹੜੇ ਅਕਸਰੀਅਤ ਹੈ ਉਹ ਲੋਕ ਬੜੇ ਅੱਛੇ ਹੈਗੇ ਨੇ, ਪਾਕਿਸਤਾਨ ਦੇ ਜਿਹੜੇ ਨੇ ਆਵਾਮ ਕਾਫੀ ਅੱਛੀ ਹੈ, ਉਹਨਾਂ ਨੂੰ ਗੁੰਮਰਾਹ ਕੀਤਾ ਗਿਆ। ਹਾਂਜੀ, ਉਹ ਥੋੜੇ ਹੀ ਨੇ ਜਿਹੜੇ ਨੁਕਸਾਨ ਦੇਣ ਵਾਲੇ, ਲੇਕਿਨ ਉਹ ਫਿਰ ਜਿਹੜੇ ਬਹੁਤੇ ਹੋਣ ਉਹਨਾਂ ਨੂੰ ਘਰ ਛੱਡਦੇ ਨੇ, ਬੇਇੱਜ਼ਤ ਹਾਂਜੀ, ਰੋਕ ਛੱਡਦੇ ਨੇ। ਜੀ ਜੀ। ਤੇ ਤੁਸੀਂ ਅਮਰੀਕਾ ਕਿਦੋਂ ਤੋਂ ਜੇ? ਮੈਂ 12 'ਚ ਆਈ ਸਾਂ, ਜਨਵਰੀ 2012 'ਚ। ਇੱਥੇ ਦਿਲ 'ਚ ਲੱਗ ਗਿਆ ਅਮਰੀਕਾ? ਹਾਂਜੀ, ਲੱਗ ਗਿਆ। ਸਾਡੇ ਨਾਲ ਵੀ, ਮੇਰੇ ਨਾਲ ਵੀ ਨਾ ਭਾਈ, ਉਹ ਇੰਝ ਹੀ ਵਾਕਿਆ ਹੋਇਆ ਜਿਸ ਤਰ੍ਹਾਂ ਹਜ਼ਰਤ ਅਯੂਬ ਕੋਲ ਸਾਰਾ ਕੁਝ ਖੋ ਲਿਆ ਸੀ ਨਾ, ਤੇ ਮੇਰੇ ਮੀਆਂ ਬੜਾ ਘਬਰਾਉਂਦੇ ਸਨ। ਤੇ ਮੈਂ ਕਹਿ ਨਹੀਂ ਸਕੀ, ਹਜ਼ਰਤ ਹਾਜਰਾ ਨੂੰ ਦਿੱਤਾ ਸੀ ਨਾ ਖੁਦਾ ਨੇ ਜੰਗਲਾਂ 'ਚ ਸਾਰਾ, ਸਾਨੂੰ ਸਾਰਾ ਕੁਝ ਦੇਗਾ, ਤੁਸੀਂ ਕਿਉਂ ਘਬਰਾਉਂਦੇ ਹੋ? ਤੇ ਅੱਲਾ ਨੇ ਮੇਰੇ ਤੇ ਫਿਰ ਬਹੁਤ ਫਜ਼ਲ ਕੀਤੇ।
ਮਾਸ਼ਾਅੱਲਾ। ਤੇ ਬੱਚੇ ਵਗੈਰਾ ਵੀ ਤੇ ਬਾਹਰ ਨਾਲ ਹੀ ਮੈਂ ਨੇ ਕਹਿੰਦੀ ਸਾਰੇ? ਹੁੰਦੀ ਹਾਂ, ਦੇਖੋ ਅਸੀਂ ਖਿਲਾਫਤ ਨਾਲ ਜੁੜੇ ਹਾਂ, ਅਸੀਂ ਸਾਨੂੰ ਖੁਦਾ ਦੀ ਪਹਿਚਾਨ ਕਰਾਈ ਹੈ, ਅੱਲਾ ਦੇ ਬੰਦਿਆਂ ਨੇ, ਹਜ਼ਰਤ ਮਸੀਹ ਮੌਦ ਨੇ ਸਾਡਾ ਖਿਲਾਫ। ਸਾਨੂੰ ਤੇ ਦੁਨੀਆ ਦੇ ਨੁਕਸਾਨ ਚ ਘਬਰਾਉਣਾ ਹੀ ਨਹੀਂ ਚਾਹੀਦਾ। ਮਾਸ਼ਾਅੱਲਾ, ਜ਼ਬਰਦਸਤ। ਤੇ ਬੱਚੇ ਵਗੈਰਾ ਵੀ ਇੱਥੇ ਕੋਲ ਹੀ ਨੇ? ਨਹੀਂ, ਇੱਕ ਤੇ ਉਹ ਮਲੇਸ਼ੀਆ ਹੈ ਤੇ ਇੱਕ ਪਹਿਲੇ ਸਾਊਦੀਆ 15 ਸਾਲ ਰਹੀ ਬੱਚੀ ਮੇਰੀ। ਮਾਸ਼ਾਅੱਲਾ। ਤੇ ਹੁਣ ਆਏ, ਮਤਲਬ ਕਿ ਉੱਥੋਂ ਦੇ ਤੁਹਾਨੂੰ ਪਤਾ ਹੈ ਹਾਲਾਤ ਕੁਛ ਐਸੇ ਤਰ੍ਹਾਂ ਨੇ। ਤੇ ਬਾਕੀ ਇਹ ਜਿਹੜੀ ਮੇਰੀ ਛੋਟੀ ਬੇਟੀ ਇੱਥੇ ਵੀ ਨਾ, ਇਹਨੂੰ ਮੈਂ ਪ੍ਰਾਈਵੇਟ ਸਕੂਲ ਪਾਇਆ ਆ ਸੀ। ਤੇ ਉਹ 10ਵੀਂ ਦੇ ਇਮਤਿਹਾਨਾਂ ਤੋਂ ਪਹਿਲੇ ਮੈਂ ਗਈ, ਮੈਂ ਕਿਹਾ ਤੁਹਾਡੇ ਸਕੂਲ ਦੇ ਸਾਲਾਨਾ ਕਿੰਨੇ ਬੱਚੇ ਪਾਸ ਹੁੰਦੇ ਨੇ? ਹਾਂਜੀ। ਕਹਿੰਦੇ ਅੱਜ ਤੱਕ ਤੇ ਕੋਈ ਨਹੀਂ ਹੋਇਆ। ਮੈਂ ਕਿਹਾ ਲਓ ਜੀ। ਮੈਂ ਨਾ ਫਟਾਫਟ, ਮੈਂ ਕਿਹਾ ਕੰਮ ਬੜਾ ਖਰਾਬ ਹੈ, ਮੈਂ ਨਾ ਇਹਨੂੰ ਟਿਊਸ਼ਨ ਪਾ ਦਿੱਤਾ ਉੱਥੋਂ ਹਟਾ ਕੇ ਸਕੂਲੋਂ। ਅੱਛਾ। ਮੈਂ ਮੇਰੀਆਂ ਫੀਸਾਂ ਵਾਪਸ ਕਰੋ। ਠੀਕ। ਮੇਰੀ ਬੱਚੀ ਨੇ 3 ਮਹੀਨੇ ਚ ਤਿਆਰੀ ਕਰਕੇ ਤੇ ਸਹੀ, ਮਤਲਬ ਕਿ ਨੰਬਰਾਂ ਦੇ ਵਿੱਚ ਮੈਟ੍ਰਿਕ ਕਰ ਲਿਆ ਸੀ। ਮਾਸ਼ਾਅੱਲਾ। ਚਲੋ, ਬੜਾ ਅੱਛਾ ਲੱਗਾ ਤੁਹਾਡੇ ਨਾਲ ਗੱਲ ਕਰਕੇ। ਨਾਜ਼ਰੀਨ, ਹਾਂਜੀ, ਦੱਸਣ ਤੇ ਦਾ ਮਕਸਦ ਮਾਸ਼ਾਅੱਲਾ ਹੈ ਇੰਨਾ ਮਤਲਬ ਕਿ ਇਲਮ ਚ ਇਜ਼ਾਫਾ ਸੋ ਕਿ ਸਾਨੂੰ ਕਦੀ ਵੀ ਵਕੀਲਾਂ ਵਾਲੇ ਕਾਗਜ਼ ਪੂਰੇ ਨਹੀਂ ਬਾਹਰੋਂ ਕਰਵਾਉਣੇ ਪਏ, ਸਾਰੇ ਕਰ ਦੀਏ। ਮਾਸ਼ਾਅੱਲਾ, ਮਾਸ਼ਾਅੱਲਾ। ਤੇ ਆਪਣਾ ਹੋਰ ਕੁਝ ਕਹਿਣਾ ਚਾਹੋਗੇ ਸਾਡੇ ਨਾਲ? ਹਾਂਜੀ ਹਾਂ, ਮਲੇਸ਼ੀਆ ਜਿਹੜਾ ਮੇਰਾ ਬੇਟਾ ਹੈ ਨਾ, ਤੇ ਉਹ ਪਹਿਲੇ ਹੀ ਸੀ ਦੂਸਰੇ ਰਿਸੀਵਰ, ਜਦੋਂ ਅਸੀਂ ਖੁਤਬੇ ਸੁਣੀਦੇ ਸੀ ਤੇ ਬਾਅਦ ਚ ਡਿਜੀਟਲ ਆ ਗਏ। ਜੀ ਜੀ। ਤੇ ਉਹ ਜਦੋਂ ਡਿਜੀਟਲ ਆਏ ਨਾ, ਤੇ ਮੈਂ ਉਹ ਸੈੱਟ ਕਰਨ ਲੱਗਾ, ਤੇ ਮੇਰਾ ਬੇਟਾ ਉਦੋਂ ਛੋਟਾ ਹੀ ਸੀ, ਕੋਈ ਇੰਨਾ ਨਹੀਂ ਸੀ, ਮੈਂ ਹਲੇ 6ਵੀਂ 7ਵੀਂ ਚ ਪੜ੍ਹਦਾ ਸੀ। ਮੈਂ ਉਹਨੂੰ ਕਿਹਾ ਬੇਟੇ ਗੌਰ ਨਾਲ ਦੇਖੀ, ਤੇ ਅਸੀਂ ਰੋਜ਼ 500 ਨਹੀਂ ਸਹੀ ਕਰਾਉਣ ਵਾਸਤੇ ਦੇਣਾ, ਤਾਂ ਕਿ ਆਪੇ ਸੈੱਟ ਕਰ ਲਈ ਕਰੀ ਨਾ। ਜੀ ਜੀ। ਤੇ ਉਹ ਅੱਲਾ ਦਾ ਇੰਨਾ ਕੁ ਫਜ਼ਲ ਹੋਇਆ ਕਿ ਉਹ ਮਹੱਲੇ ਚ ਜਿਹੜੀਆਂ ਵੀ ਖਰਾਬ ਹੁੰਦੀਆਂ ਸੀ ਉਹ ਵੀ ਸਹੀ ਕਰ ਆਉਂਦਾ ਸੀ। ਮਾਸ਼ਾਅੱਲਾ। ਅੱਛਾ। ਕਰਦਾ ਕਰਦਾ ਨਾ ਫਿਰ ਉਹ ਪੂਰੇ ਲਾਹੌਰ ਵਿੱਚ ਹੀ, ਮਤਲਬ ਕਿ ਉਹਦਾ ਹੋ ਗਿਆ ਸਿਸਟਮ। ਤੇ ਉਹਦੇ ਤੇ ਇੰਨਾ ਅੱਲਾ ਦਾ ਫਜ਼ਲ ਸੀ ਕਿ ਮਲੇਸ਼ੀਆ ਵਿੱਚ ਮਾਸ਼ਾਅੱਲਾ ਉਹਨੇ ਆਪਣੀ ਗੱਡੀ ਵੀ ਰੱਖੀ ਹੈ, ਮੋਟਰਸਾਈਕਲ ਵੀ ਰੱਖੀ ਹੈ। ਹਾਂ, ਉੱਥੇ ਠੀਕ ਲੋਕੀ ਠਾਕ ਜਾਂਦੇ ਹੈ। ਨੇ, ਉੱਥੇ ਹਾਲਾਤ ਮਲੇਸ਼ੀਆ ਦੇ ਵੀ ਏਡੇ ਅੱਛੇ ਨਹੀਂ ਹਾਂਜੀ, ਹੈਗੇ। ਅਸੀਂ ਕਦੀ ਵੀ ਕੋਈ ਪੈਸਾ ਇੱਕ ਵੀ ਨਹੀਂ ਜੇਕਰ ਲਿਆ, ਇੰਨਾ ਖੁਦਾ ਦਾ ਫਜ਼ਲ ਤੇ ਇਹਸਾਨ ਹੈ। ਮੇਰੇ ਤੇ ਸਸੁਰਾਲ ਵਾਲੇ ਜਦੋਂ ਮੇਰੀ ਸ਼ਾਦੀ ਕੀਤੀ ਹੈ, ਤੇ ਮੇਰੇ ਅੱਬੂ ਕਹਿੰਦੇ ਸੀ ਬੱਚੇ ਮਿਹਨਤੀ ਬੜੇ ਨੇ, ਤੇ ਅੱਗੋਂ ਉਹ ਵੀ ਮੇਰੇ ਬੱਚੇ ਵੀ ਇਸੇ ਤਰ੍ਹਾਂ ਹੀ ਕਿ ਬਹੁਤ ਮਿਹਨਤੀ ਨੇ, ਅੱਲਾ ਦਾ ਫਜ਼ਲ ਹੈ, ਜਮਾਤ ਦੀਆਂ ਬਰਕਤਾਂ ਨੇ। ਮਾਸ਼ਾਅੱਲਾ। ਤੇ ਚਲੋ, ਤੁਹਾਡੇ ਨਾਲ ਜਦੋਂ ਪ੍ਰੋਗਰਾਮ ਕਰਕੇ ਬੜਾ ਅੱਛਾ ਲੱਗਾ, ਕਿਉਂਕਿ ਟਾਈਮ ਖਤਮ ਹੋ ਰਿਹਾ। ਤੇ ਤੁਸੀਂ ਸਾਡਾ ਅੱਛਾ, ਮੈਂ ਚੈਨਲ, ਤਾਂ ਗੱਲਾਂ ਤੇ ਇੰਨੀਆਂ ਨੇ ਕਿ ਮੁੱਕਣੀਆਂ ਹੀ ਨਹੀਂ। ਬਹੁਤ ਹੈ। ਸਾਡਾ ਚੈਨਲ ਕਿਦੋਂ ਦਾ ਦੇਖ ਰਹੇ ਜੇ ਤੁਸੀਂ? ਉਹ ਜਦੋਂ 28 ਮਈ ਦੇ ਵਾਕਿਆ ਦੇ ਵਿੱਚ ਅਸੀਂ ਨਾ ਇੱਕ ਆਦਮੀ ਨੇ, ਤੇ ਉਦੋਂ ਦਾ ਦੇਖ ਰਹੇ ਹਾਂ। ਅੱਛਾ, ਉਹ ਤੁਹਾਨੂੰ ਕਿਸੇ ਨੇ ਪ੍ਰੋਗਰਾਮ ਭੇਜਿਆ ਸੀ? ਨਹੀਂ ਨਹੀਂ, YouTube ਤੇ ਆਇਆ ਸੀ। ਅੱਛਾ ਅੱਛਾ, ਠੀਕ। ਅੱਛੇ ਲੱਗ ਰਹੇ ਪ੍ਰੋਗਰਾਮ ਸਾਡੇ? ਹਾਂ ਮਾਸ਼ਾਅੱਲਾ, ਬਹੁਤ ਅੱਛੇ ਨੇ। ਚਲੋ, ਬਹੁਤ ਸ਼ੁਕਰੀਆ। ਬਦਲ ਚ ਪੜਨਾ ਪੈਂਦਾ, ਤੁਹਾਨੂੰ ਆਰਾਮ ਨਾਲ ਸੁਣ ਲਈ ਮੈਨੇ। ਨਹੀਂ, ਉਹ ਟੀਵੀ ਤੇ ਵੀ ਤੁਸੀਂ YouTube 'ਚ ਜਾ ਕੇ ਤੇ 9 ਬ੍ਰਦਰਸ ਟੀਵੀ ਲਿਖੋ ਤੇ ਆ ਜਾਂਦਾ ਸਾਹਮਣੇ। ਹਾਂਜੀ, ਟੀਵੀ ਤੇ ਦੇਖਦੇ ਜੇ? ਹਾਂਜੀ, ਟੀਵੀ ਤੇ। ਅੱਛਾ ਅੱਛਾ, ਚਲੋ, ਅੱਲਾਹ ਤਾਲਾ ਤੁਹਾਨੂੰ ਖੁਸ਼ ਰੱਖੇ, ਤੁਹਾਡੇ ਬੱਚਿਆਂ ਨੂੰ ਵੀ। ਹਾਂਜੀ, ਇਨਸ਼ਾਅੱਲਾ ਪ੍ਰੋਗਰਾਮ ਉਮੀਦ ਹੈ ਨਾਜ਼ਰੀਨ ਨੂੰ ਪਸੰਦ ਆਏਗਾ। ਨਾਜ਼ਰੀਨ, ਇਹ ਮਕਸਦ ਇਹ ਸੀ ਦੱਸਣ ਦਾ ਕਿ ਅਲ ਫਜ਼ਲ ਅਖਬਾਰ, ਜਦੋਂ ਖੁਦਾ ਤਾਲਾ ਕਿਸੇ ਨੂੰ ਹਦਾਇਤ ਦਿੰਦਾ ਤੇ 1 ਮਿੰਟ ਲੱਗਦਾ, ਤੇ ਅਗਰ ਇਨਸਾਨ ਆਪਣੇ ਲਈ ਦੁਆ ਵੀ ਕਰਦਾ ਰਹੇ, ਕੋਸ਼ਿਸ਼ ਵੀ ਕਰੇ, ਤੇ ਸਭ ਕੁਝ। ਮੈਂ ਨਾ ਸੌਰੀ, ਮੈਂ ਆਪਣੇ ਅੱਬੂ ਦੀ ਨਾ ਤਸਵੀਰ ਭੇਜਾਂਗੀ, ਉਹ ਜ਼ਰੂਰ ਲਾਣਾ। ਹਾਂਜੀ, ਭੇਜ ਦੇਣਾ ਸੋ। ਤੇ ਨਾਜ਼ਰੀਨ, ਸਾਡਾ ਚੈਨਲ ਸਬਸਕ੍ਰਾਈਬ ਕਰੋ, ਟਾਈਮ ਖਤਮ ਹੋ ਰਿਹਾ, ਮਿਲਾਂਗੇ ਅਗਲੇ ਪ੍ਰੋਗਰਾਮ। ਬਹੁਤ ਸ਼ੁਕਰੀਆ ਤੁਹਾਡਾ ਵੀ। ਅੱਲਾਹ ਹਾਫਿਜ਼। ਅੱਛਾ ਜੀ, ਤੁਹਾਡਾ ਵੀ ਬਹੁਤ ਸ਼ੁਕਰੀਆ। ਅਸਲਾਮ ਅਲੈਕੁਮ। ਅੱਲਾਹ ਹਾਫਿਜ਼।